ਹੈਲੋ ਫਰੈਂਡਸ, NPR ਸਟੱਡੀ ਅਕੈਡਮੀ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਕਲਾਸ 9 ਦੀ ਐਕਸਰਸਾਈਜ਼ 1.5 ਦਾ ਥਰਡ ਸਮ ਕਰਾਂਗੇ। ਇਹ ਸਮ ਵੀ ਐਗਜ਼ਾਮ ਵਿੱਚ ਕਦੀ ਆਇਆ ਨਹੀਂ ਹੈ ਅਤੇ ਜਸਟ ਨੌਲੇਜ ਵਾਸਤੇ ਤੁਸੀਂ ਇਹ ਸਮ ਕਰਨਾ ਹੈ। ਇਸ ਤਰ੍ਹਾਂ ਦੇ ਸਮ ਐਗਜ਼ਾਮ ਵਿੱਚ ਬਹੁਤ ਹੀ ਘੱਟ ਆਉਂਦੇ ਨੇ। ਤਾਂ ਸਮ ਕੀ ਹੈ? ਤੁਹਾਨੂੰ ਯਾਦ ਹੋਵੇਗਾ ਕਿ ਪਾਈ ਨੂੰ ਇੱਕ ਚੱਕਰ ਦੇ ਘੇਰੇ ਮੰਨ ਲਓ ਸੀ। ਪਹਿਲਾਂ ਪੰਜਾਬੀ ਵਾਲੇ ਦੇਖਣਗੇ। ਉਹਨਾਂ ਨੇ ਕਿਹਾ ਕਿ ਪਾਈ ਨੂੰ ਇੱਕ ਚੱਕਰ ਦੇ ਘੇਰੇ ਮੰਨ ਲਓ ਸੀ ਅਤੇ ਉਸ ਦੇ ਵਿਆਸ ਮੰਨ ਲਓ ਡੀ। ਉਹਨਾਂ ਨੇ ਕਿਹਾ ਇੱਕ ਚੱਕਰ ਦਾ ਘੇਰਾ ਹੈ, ਠੀਕ ਹੈ ਜੀ, ਉਹਨੂੰ ਕੀ ਆਪਾਂ ਸੀ ਮੰਨ ਲੈਣਾ ਅਤੇ ਵਿਆਸ ਹੈ ਉਹਨੂੰ ਡੀ ਮੰਨ ਲੈਣਾ। ਦੇ ਅਨੁਪਾਤ ਨਾਲ ਪ੍ਰਤੀਸ਼ਤ ਪਰਿਭਾਸ਼ਿਤ ਕੀਤਾ ਜਾਂਦਾ ਹੈ, ਅਰਥਾਤ ਪਾਈ ਇਕੁਅਲ ਟੂ ਸੀ ਓਵਰ ਡੀ। ਮਤਲਬ ਉਹਨਾਂ ਨੇ ਕੀ ਕਿਹਾ ਹੈ, ਸੀ ਕੀ ਸੀਗਾ ਚੱਕਰ ਦਾ ਘੇਰਾ ਅਤੇ ਡੀ ਕੀ ਸੀਗਾ ਚੱਕਰ ਦਾ ਵਿਆਸ। ਉਹਦੇ ਅਨੁਪਾਤ ਦਾ ਮਤਲਬ ਉਹਨਾਂ ਦੋਨਾਂ ਨੂੰ ਵਟਿਆਂ ਵਿੱਚ ਲਿਖ ਕੇ ਪਾਈ ਨੂੰ ਲਿਖਿਆ ਜਾਂਦਾ। ਪਾਈ ਦੀ ਵੈਲਿਊ ਕਿੰਨੀ ਹੈ? ਸੀ ਓਵਰ ਡੀ, ਸੀ ਵਟਾ ਡੀ। ਇਹ ਇਸ ਤੱਥ ਦਾ ਵਿਰੋਧ ਕਰਦਾ ਹੋਇਆ ਦਿਖਾਈ ਦਿੰਦਾ ਹੈ ਕਿ ਪਾਈ ਅਪਰਿਮੇਯ ਹੈ। ਬਟ ਪਾਈ ਦੀ ਵੈਲਿਊ ਕੀ ਹੈ? ਅਪਰਿਮੇਯ ਹੈ। ਆਪਾਂ ਨੂੰ ਪਤਾ ਪਾਈ ਅਪਰਿਮੇਯ ਹੈ। ਬਟ ਸੀ ਵਟਾ ਡੀ ਇੱਕ ਕਿਹੜੀ ਸੰਖਿਆ ਬਣ ਰਹੀ ਹੈ? ਉਹ ਪਰਿਮੇਯ ਬਣ ਰਹੀ ਹੈ। ਬਟ ਪਾਈ ਕੀ ਹੈ? ਅਪਰਿਮੇਯ। ਤਾਂ ਉਹ ਕਹਿੰਦੇ ਵੀ ਇਹ ਵਿਰੋਧ ਕਰਦਾ ਦਿਖ ਰਿਹਾ ਵੀ ਪਾਈ ਅਪਰਿਮੇਯ ਕਿੱਦਾਂ ਹੋ ਗਈ ਜਦ ਕਿ ਪਾਈ ਦੀ ਵੈਲਿਊ ਤਾਂ ਸੀ ਓਵਰ ਡੀ ਹੈ, ਪਰਿਮੇਯ ਹੈ। ਇਸ ਵਿਰੋਧ ਦੀ ਦਲੀਲ ਤੁਸੀਂ ਕਿਸ ਤਰ੍ਹਾਂ ਦਿਓਗੇ? ਤਾਂ ਉਹਨਾਂ ਨੇ ਕਿਹਾ ਵੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਆਪਦੀ ਦਲੀਲ ਦੇ ਕੇ ਸਹੀ ਸਾਬਤ ਕਰ ਸਕਦੇ ਹੋ। ਤਾਂ ਦੇਖਦੇ ਆਪਾਂ। ਪਹਿਲਾਂ ਪੰਜਾਬੀ ਵਾਲੇ ਦੇਖਣਗੇ, ਫਿਰ ਇੰਗਲਿਸ਼ ਵਾਲਿਆਂ ਨੂੰ ਮੈਂ ਕਰਵਾਊਂਗਾ। ਇੰਗਲਿਸ਼ ਵਾਲੇ ਦੇ ਇੱਕ ਵਾਰੀ ਸਟੇਟਮੈਂਟ ਪੜ੍ਹ ਲੈਣ। ਸਟੇਟਮੈਂਟ 'ਚ ਕੀ ਹੈ? ਰੀਕਾਲ ਪਾਈ ਇਜ਼ ਡਿਫਾਈਨ ਐਜ਼ ਦਾ ਰੇਸ਼ੋ ਆਫ ਦਾ ਸਰਕਮਫਰੈਂਸ ਸੇ ਸੀ ਐਂਡ ਏ ਸਰਕਲ ਟੂ ਇਟਸ ਡਾਇਮੀਟਰ ਸੇ ਡੀ। ਤਾਂ ਰੇਸ਼ੋ ਦਾ ਮਤਲਬ ਕੀ ਹੁੰਦਾ? ਅਨੁਪਾਤ, ਮਤਲਬ ਵਟਿਆਂ ਵਿੱਚ ਲਿਖਣਾ। ਤਾਂ ਇੱਥੇ ਵੀ ਉਹਨਾਂ ਨੇ ਉਹ ਕਿਹਾ ਕਿ ਜਿਹੜਾ ਪਾਈ ਹੈ ਉਹ ਸਰਕਮਫਰੈਂਸ ਸੀ ਅਤੇ ਡਾਇਮੀਟਰ ਡੀ ਦੀ ਕੀ ਹੈ? ਰੇਸ਼ੋ ਹੈ। ਮਤਲਬ ਪਾਈ ਕੀ ਹੈ? ਸੀ ਵਟਾ ਡੀ। ਦਿਸ ਸੀਮਸ ਟੂ ਕੰਟਰਾਡਿਕਟ ਦਾ ਫੈਕਟ ਡੈਟ ਪਾਈ ਇਜ਼ ਇਰੇਸ਼ਨਲ। ਤਾਂ ਕਹਿੰਦੇ ਇਹ ਕੰਟਰਾਡਿਕਟ ਕਰਦਾ ਦਿਖ ਰਿਹਾ ਕਿ ਪਾਈ ਕੀ ਹੈ? ਇਰੇਸ਼ਨਲ ਹੈ, ਕਿਉਂਕਿ ਇੱਥੇ ਆਪਾਂ ਪਾਈ ਨੂੰ ਲਿਖ ਰਹੇ ਹਾਂ ਸੀ ਓਵਰ ਡੀ, ਜਿਹੜੀ ਕਿ ਉਹਦੀ ਐਕਚੁਅਲ ਵੈਲਿਊ ਹੁੰਦੀ ਹੈ। ਬਟ ਇਹ ਕੀ ਹੈ? ਰੇਸ਼ਨਲ ਨੰਬਰ ਬਣ ਰਿਹਾ ਸੀ ਓਵਰ ਡੀ, ਕਿਉਂਕਿ ਪੀ ਵਟਾ ਕਿਊ ਦੀ ਫੋਰਮ ਵਿੱਚ ਹੈ। ਬਟ ਕਹਿੰਦੇ ਪਾਈ ਨੂੰ ਰੇਸ਼ਨਲ ਕਿਵੇਂ ਤੁਸੀਂ ਸਾਬਤ ਕਰ ਸਕਦੇ ਹੋ? ਹਾਊ ਵਿਲ ਯੂ ਰਿਸੋਲਵ ਦਿਸ ਕੰਟਰਾਡਿਕਸ਼ਨ। ਤਾਂ ਆਪਾਂ ਪਾਈ ਨੂੰ ਇੱਕ ਇਰੇਸ਼ਨਲ ਨੰਬਰ ਕਿੱਦਾਂ ਸਾਬਤ ਕਰ ਸਕਦੇ ਹਾਂ, ਇਹ ਆਪਾਂ ਅੱਜ ਫੈਕਟ ਇੱਥੇ ਦੱਸਣਾ ਹੈ। ਤਾਂ ਸਟੂਡੈਂਟਸ, ਸਭ ਤੋਂ ਪਹਿਲਾਂ ਪੰਜਾਬੀ ਵਾਲੇ ਸਟੂਡੈਂਟ ਦੇਖਣਗੇ, ਇੰਗਲਿਸ਼ ਵਾਲਿਆਂ ਨੂੰ ਮੈਂ ਬਾਅਦ ਵਿੱਚ ਕਰਵਾਊਂਗਾ, ਠੀਕ ਹੈ ਜੀ। ਪਹਿਲਾਂ ਇੱਥੇ ਪੰਜਾਬੀ ਵਾਲੇ ਸਮਝਣ। ਆਪਾਂ ਨੂੰ ਇੱਥੇ ਕੀ ਦਿੱਤਾ ਆ, ਆਪਾਂ ਇੱਥੇ ਸੋਲਵ ਕਰਾਂਗੇ। ਇੱਥੇ ਪਾਈ ਦੀ ਵੈਲਿਊ ਆਪਾਂ ਨੂੰ ਕਿੰਨੀ ਦਿੱਤੀ ਹੋਈ ਹੈ? ਸੀ ਵਟਾ ਡੀ, ਠੀਕ ਹੈ ਜੀ। ਪਾਈ ਦੀ ਵੈਲਿਊ ਕਿੰਨੀ ਦਿੱਤੀ ਆ? ਸੀ ਵਟਾ ਡੀ। ਅਤੇ ਪਰ ਪਾਈ ਕੀ ਹੈ? ਇੱਕ ਕਿਹੜਾ ਨੰਬਰ ਹੈ? ਅਪਰਿਮੇਯ, ਠੀਕ ਹੈ ਜੀ। ਪਰ ਸਾਨੂੰ ਪਤਾ ਪਾਈ ਕੀ ਹੈ? ਅਪਰਿਮੇਯ। ਜੇਕਰ ਪਾਈ ਅਪਰਿਮੇਯ ਸੰਖਿਆ ਹੈ ਤਾਂ ਫਿਰ ਜਿਹੜੀ ਪਾਈ ਦੀ ਵੈਲਿਊ ਸੀ ਵਟਾ ਡੀ ਹੈ, ਜਿਹੜੀ ਉਹਦੀ ਐਕਚੁਅਲ ਵੈਲਿਊ ਹੈ, ਠੀਕ ਹੈ ਜੀ, ਉਹ ਵੀ ਕੀ ਹੋਏਗੀ? ਉਹ ਵੀ ਅਪਰਿਮੇਯ ਹੋਣੀ ਚਾਹੀਦੀ ਆ। ਤਾਂ ਆਪਾਂ ਫਿਰ ਲਿਖਾਂਗੇ ਇਸ ਲਈ ਸੀ ਵਟਾ ਡੀ ਬਰਾਬਰ ਅਪਰਿਮੇਯ, ਠੀਕ ਹੈ ਜੀ। ਤਾਂ ਸੀ ਵਟਾ ਡੀ ਦੀ ਵੈਲਿਊ ਵੀ ਕੀ ਹੋਈ? ਅਪਰਿਮੇਯ। ਤਾਂ ਸੀ ਵਟਾ ਡੀ ਕੀ ਹੈ? ਅਪਰਿਮੇਯ, ਠੀਕ ਹੈ ਜੀ। ਅਪਰਿਮੇਯ ਸੰਖਿਆ ਬਣ ਰਹੀ ਹੈ। ਹੁਣ ਆਪਾਂ ਨੂੰ ਪਤਾ ਹੈ ਵੀ ਸੀ ਵਟਾ ਡੀ ਅਪਰਿਮੇਯ ਕਦੋਂ ਹੋਏਗੀ। ਤੁਹਾਨੂੰ ਪਿਛਲੇ ਸਮ ਵਿੱਚ ਦੱਸਿਆ ਹੈ ਵੀ ਜਦੋਂ ਆਪਾਂ ਕਿਸੇ ਵੀ ਪਰਿਮੇਯ ਸੰਖਿਆ ਦੇ ਨਾਲ ਅਪਰਿਮੇਯ ਸੰਖਿਆ ਨੂੰ ਆਪਾਂ ਆਰ ਨਾਲ ਲਿਖਦੇ ਹਾਂ, ਆਰ ਦੇ ਨਾਲ ਜੇਕਰ ਆਪਾਂ ਅਪਰਿਮੇਯ ਸੰਖਿਆ ਆਈ ਦੇ ਨਾਲ ਲਿਖਦੇ ਹਾਂ, ਠੀਕ ਹੈ ਜੀ, ਇਹਦੇ ਨਾਲ ਗੁਣਾ ਕਰਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਅਪਰਿਮੇਯ ਸੰਖਿਆ ਬਣ ਜਾਂਦੀ ਹੈ। ਜੇਕਰ ਕਿਸੇ ਵੀ ਪਰਿਮੇਯ ਸੰਖਿਆ ਨੂੰ ਅਪਰਿਮੇਯ ਸੰਖਿਆ ਦੇ ਨਾਲ ਭਾਗ ਕਰਦੇ ਹਾਂ ਉਹ ਵੀ ਕੀ ਬਣ ਜਾਂਦੀ ਹੈ? ਅਪਰਿਮੇਯ ਬਣਦੀਆਂ ਨੇ। ਜੇਕਰ ਅਪਰਿਮੇਯ ਸੰਖਿਆ ਨੂੰ ਪਰਿਮੇਯ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਉਹ ਵੀ ਕੀ ਬਣੂਗੀ? ਅਪਰਿਮੇਯ ਬਣੂਗੀ। ਕਹਿਣ ਦਾ ਮਤਲਬ ਵੀ ਜਦੋਂ ਵੀ ਆਪਾਂ ਕਿਸੇ ਵੀ ਪਰਿਮੇਯ ਅਤੇ ਅਪਰਿਮੇਯ ਸੰਖਿਆ ਦੇ ਨਾਲ ਕੋਈ ਵੀ ਫੰਕਸ਼ਨ ਕਰਦੇ ਹਾਂ ਤਾਂ ਉਹ ਦੋਨਾਂ ਤੋਂ ਬਾਅਦ ਰਿਜ਼ਲਟ ਕੀ ਆਉਂਦਾ? ਅਪਰਿਮੇਯ ਹੀ ਆਉਂਦਾ। ਤਾਂ ਇੱਥੇ ਜੇਕਰ ਸੀ ਓਵਰ ਡੀ ਅਪਰਿਮੇਯ ਹੈ, ਮਤਲਬ ਵਟਿਆਂ ਦੇ ਵਿੱਚ ਹੈ ਪੀ ਵਟਾ ਕਿਊ ਅਪਰਿਮੇਯ ਹੈ, ਤਾਂ ਸਾਨੂੰ ਪਤਾ ਹੈ, ਆਪਾਂ ਲਿਖਾਂਗੇ ਸਾਨੂੰ ਪਤਾ ਹੈ ਕਿ अपरिमेय वटा
अपरिमेय। ठीक है, सानू पता ही जेकर अपरिमेय संख्या लिखांगे नीचे अपरिमेय लिखांगे तो उनकी वैल्यू की आएगी अपरिमेय। ठीक है जी, जां जेकर आप उत्ते परिमेय संख्या लिखांगे तो नीचे अपरिमेय लिखांगे तो उनकी वैल्यू भी की आएगी अपरिमेय। तो इत्थों आपां नूं ये पता लग रहा है कि जां तां सी अपरिमेय जां डी अपरिमेय, तां ही ये पूरी संख्या की बनेगी अपरिमेय। तो आपां इत्थों की कह सकते हैं, देखो इत्थों तक तुहानूं समझ लग जानी चाहिए है कि अपरिमेय संख्या जेकर वटियां दे विच है तो जेकर उन्हां विचों कोई भी एक संख्या परिमेय है पर दूसरी अपरिमेय है तो वो पूरी संख्या की बन जाती है अपरिमेय। हुण सी वटा डी अपरिमेय क्यों बनेगी, उदों ही बनेगी जदों जां तां सी अपरिमेय संख्या जां डी अपरिमेय संख्या है। तो हुण आपां इत्थे की लिखांगे, तो इत्थे आपां लिखांगे इसका मतलब है सी जां डी विचों कोई एक अपरिमेय संख्या है, क्योंकि तां ही जिहड़ी पूरी संख्या है अपरिमेय बनेगी। तो स्टूडेंट्स हुण आपां नूं पता है कि परिमेय जां अपरिमेय संख्या जां अपरिमेय ते परिमेय संख्या नूं जदों भी भाग करते हैं तो आपां नूं अपरिमेय संख्या प्राप्त होती है। तो इसका मतलब है कि सी जां डी विचों कोई भी संख्या अपरिमेय संख्या है तां ही जिहड़ी वो पूरी दी वैल्यू की बनती है अपरिमेय। तो इसलिए इसका कोई विरोध नहीं है, ये आपां उत्थे फैक्ट दे विच लिखना है। ठीक है जी, जो आपां नूं स्टेटमेंट दे विच कहा गया सीगा तुसीं इस दे विरोध विच की तत्त लिखदे हो तो आपां ये लिखना है, इसका कोई विरोध नहीं है। सानूं याद है कि जदों असीं कोई लंबाई नूं किसी फुट्टे नाल मापदे हाँ जां किसी होर यंत्र नाल मापदे हाँ तो असीं सिर्फ लगभग माप ही लिखते हैं। हुण जिस तरह एक कोई भी लेंथ है, कोई भी लंबाई नूं जदों आपां फुट्टे नाल मापदे हाँ तो मान लो उन 3 मीटर जां 3 सेंटीमीटर कुछ भी आ जाए तो आपां उनका अप्रोक्सीमेटल माप लै लैंदे हैं। फॉर एग्जाम्पल जिस तरह लेना मान लो इनकी वैल्यू 3 सेंटीमीटर आप लिख दें, बट 3.01 कुछ भी हो सकती है, इस तो अगे पॉइंटा भी इनकी वैल्यू हो सकती है, बट आप सिर्फ 3 लिख दें। ठीक है जी, तो इनका मतलब ये की है तो असीं सिर्फ लगभग माप ही लिखते हैं, इसलिए असीं कह सकते हैं कि सी जां डी विचों कोई भी अपरिमेय संख्या होती है, क्योंकि आप लगभग माप लैने 3.01 भी हो सकता है, क्योंकि वो माइनर जा बिल्कुल थोड़ा जिहा वध होएगा जिसनों आप स्केल नाल नहीं देख सकते तो आप उन्होंने 3 लिख देंगे। तो जेकर वो पॉइंटा अगे लिखा जाए प्रॉपर लिखा जाए तो वो अपरिमेय संख्या हो सकता है। इसलिए की है सी जां डी दे विचों कोई भी संख्या है जिहड़ी अपरिमेय हो सकती है। इंग्लिश वाले बच्चे एक बार दोबारा स्टेटमेंट देख लेंगे। रीकॉल दैट पाई इज़ डिफाइंड एज द रेशो ऑफ सरकमफ्रेंस सी ऑफ सर्कल एंड इट्स डायमीटर डी। तो कहते पाई की है एक रेशो है कादी सरकमफ्रेंस सी दी अते उनके डायमीटर डी दी, दैट इज़ पाई इक्वल टू सी ओवर डी। तो मतलब पाई की है सी वटा डी है। दिस सीम्स टू कंट्राडिक्ट द फैक्ट दैट पाई इज़ इरेशनल, बट पाई की है इरेशनल नंबर है, बट इत्थे आपको कह रहे हैं क्योंकि पाई की वैल्यू की है सी वटा डी है तो इत्थे वो रेशनल बन रही है। हाउ विल यू रिसोल्व दिस कंट्राडिक्शन। तो वो कहते तुसीं इहनूं किस तरह साबित करोगे कि पाई एक अपरिमेय है। तो नैक्सट आप देखते हैं, तो इंग्लिश मीडियम वाले शुरू करनगे सम हेयर आपको इत्थे की दिता है पाई इज़ इक्वल टू सी ओवर डी। ठीक है, एंड पाई इज़ इक्वल टू रेशनल नंबर, बट पाई नाल की दिता है रेशनल नंबर। आपको कहते ये दोनों फैक्ट कंट्राडिक्ट कर रहे हैं, क्योंकि इत्थे पाई की वैल्यू रेशनल बन रही है बट पाई की वैल्यू है कि है इरेशनल है। सो जेकर पाई की वैल्यू रेशनल नंबर है तो इत्थे जिहड़ा आपको पता सी वटा डी है वो भी की होएगा। सो सी ओवर डी इज़ रेशनल नंबर, तो सी वटा डी भी की भी होएगा इरेशनल नंबर होएगा।
ਹੁਣ C ਵਟਾ D ਇਰੇਸ਼ਨਲ ਨੰਬਰ ਕਦੋਂ ਹੋਏਗਾ, ਜਦੋਂ ਜਾਂ ਤਾਂ C ਇਰੇਸ਼ਨਲ ਹੋ ਸਕਦਾ ਜਾਂ D ਇਰੇਸ਼ਨਲ ਹੋ ਸਕਦਾ ਹੈ। ਠੀਕ ਹੈ ਜੀ, ਕਿਉਂਕਿ ਦੋਨਾਂ ਵਿੱਚੋਂ ਜੇ ਕੋਈ ਵੀ ਨੰਬਰ ਇਰੇਸ਼ਨਲ ਹੈ, ਦੂਸਰਾ ਨੰਬਰ ਰੇਸ਼ਨਲ ਹੈ, ਤਾਂ ਜਦੋਂ ਉਹਨਾਂ ਨੂੰ ਆਪਾਂ ਡਿਵਾਈਡ ਕਰਦੇ ਹਾਂ ਤਾਂ ਉਹ ਕੀ ਹੋ ਜਾਂਦੇ ਨੇ, ਇਰੇਸ਼ਨਲ ਨੰਬਰ ਬਣ ਜਾਂਦੇ ਨੇ। ਤਾਂ ਇੱਥੇ ਆਪਾਂ ਲਿਖਾਂਗੇ, ਠੀਕ ਹੈ, ਇੱਥੇ ਆਪਾਂ ਲਿਖਾਂਗੇ ਵੀ ਨੋ ਦੈਟ, ਤਾਂ ਇੱਥੇ ਆਪਾਂ ਕੀ ਲਿਖਾਂਗੇ ਕਿ ਵੀ ਨੋ ਦੈਟ ਜੇਕਰ ਰੇਸ਼ਨਲ ਨੰਬਰ ਨੂੰ ਇਰੇਸ਼ਨਲ ਨੰਬਰ ਨਾਲ ਡਿਵਾਈਡ ਕੀਤਾ ਜਾਂਦਾ ਹੈ ਤਾਂ ਉਹ ਕੀ ਹੁੰਦਾ ਹੈ, ਇਰੇਸ਼ਨਲ ਹੁੰਦਾ ਹੈ। ਠੀਕ ਹੈ ਜੀ, ਐਂਡ ਅਗਰ ਰੇਸ਼ਨਲ ਨੰਬਰ ਨੂੰ ਰੇਸ਼ਨਲ ਨੰਬਰ ਨਾਲ ਡਿਵਾਈਡ ਕੀਤਾ ਜਾਂਦਾ ਤਾਂ ਵੀ ਉਹ ਕੀ ਹੁੰਦਾ, ਇਰੇਸ਼ਨਲ ਹੁੰਦਾ। ਇਟ ਮੀਨਸ C/D ਦੇ ਵਿੱਚੋਂ ਕੋਈ ਵੀ ਨੰਬਰ ਰੇਸ਼ਨਲ ਹੋਏਗਾ ਤਾਂ ਹੀ C/D ਕੀ ਹੈ, ਇਰੇਸ਼ਨਲ ਨੰਬਰ ਹੋਏਗਾ। ਇੱਥੋਂ ਤੱਕ ਹੁਣ ਆਪਾਂ ਨੂੰ ਪਤਾ ਲੱਗ ਗਿਆ। ਤਾਂ ਇਟ ਮੀਨਸ ਕੀ ਹੈ, ਇਟ ਮੀਨਸ either C or D is a rational number। ठीक है जी, क्योंकि ਜਾਂ ਤਾਂ C ਰੇਸ਼ਨਲ ਹੋਏਗਾ, C/D ਹੈ, ਤੇ ਜਾਂ D ਰੇਸ਼ਨਲ ਹੋਏਗਾ। ਦੋਨਾਂ ਵਿੱਚੋਂ ਇੱਕ ਰੇਸ਼ਨਲ ਹੋਏਗਾ ਤਾਂ C/D ਨੰਬਰ ਕੀ ਬਣੇਗਾ, ਇਰੇਸ਼ਨਲ ਬਣੇਗਾ। ਹੁਣ ਇਸ ਤੋਂ ਬਾਅਦ ਆਪਾਂ ਫੈਕਟ ਲਿਖਾਂਗੇ। ਸੋ ਸਟੂਡੈਂਟਸ ਆਪਾਂ ਫੈਕਟ ਵਿੱਚ ਕੀ ਲਿਖਾਂਗੇ, ਸੋ ਦੇਅਰ ਇਜ਼ ਨੋ ਕੰਟਰਾਡਿਕਸ਼ਨ, ਰਿਮੈਂਬਰ ਡੈਟ ਵੈਨ ਵੀ ਮੇਅਰ ਅ ਲੈਂਥ, ਕਿ ਜਦੋਂ ਅਸੀਂ ਕਿਸੇ ਵੀ ਲੈਂਥ ਨੂੰ ਮਾਪਦੇ ਹਾਂ ਵਿਦ ਸਕੇਲ ਔਰ ਐਨੀ ਅਦਰ ਡਿਵਾਈਸ, ਜਦੋਂ ਵੀ ਆਪਾਂ ਕਿਸੇ ਲੈਂਥ ਨੂੰ ਕਿਸੇ ਡਿਵਾਈਸ ਜਾਂ ਅਦਰ ਸਕੇਲ ਨਾਲ ਜਾਂ ਕਿਸੇ ਵੀ ਚੀਜ਼ ਨਾਲ ਮਾਪਦੇ ਹਾਂ, ਵੀ ਓਨਲੀ ਗੈਟ ਅਪਰੋਕਸੀਮੇਟਲੀ ਵੈਲਿਊ, ਅਸੀਂ ਸਿਰਫ ਅਪਰੋਕਸੀਮੇਟਲੀ ਵੈਲਿਊ ਹੀ ਉਹਦੀ ਗੈਟ ਕਰਦੇ ਹਾਂ, ਮਤਲਬ ਲਗਭਗ ਵੈਲਿਊ। ਸੋ ਵੀ ਕੈਨ ਸੇ ਈਦਰ C ਔਰ D ਇਜ਼ ਇਰੇਸ਼ਨਲ, ਤਾਂ ਜੇਕਰ C/D ਇਰੇਸ਼ਨਲ ਹੈ ਤਾਂ ਉਹਨਾਂ ਵਿੱਚੋਂ ਕੋਈ ਵੀ ਇੱਕ ਸੰਖਿਆ ਇਰੇਸ਼ਨਲ ਹੋਏਗੀ, ਤਾਂ ਹੀ ਉਹ ਸੰਖਿਆ ਇਰੇਸ਼ਨਲ ਹੋਏਗੀ। ਤਾਂ ਇਹ ਮਤਲਬ ਕੋਈ ਵੀ ਇਹਦੇ 'ਚ ਕੰਟਰਾਡਿਕਸ਼ਨ ਨਹੀਂ ਹੈ ਕਿ ਪਾਈ ਰੇਸ਼ਨਲ ਨੰਬਰ ਨਹੀਂ ਹੈ।